ਅੱਜ ਪ੍ਰੀਤ ਦੇ ਪਾਪਾ ਜਦੋਂ ਦਫ਼ਤਰ ਤੋਂ ਘਰ ਆਏ ਤਾਂ ਬਹੁਤ ਪਰੇਸ਼ਾਨ ਲੱਗ ਰਹੇ ਸਨ। ਪ੍ਰੀਤ ਕਿੰਨੇ ਦਿਨਾਂ ਤੋਂ ਦੇਖ ਰਹੀ ਸੀ ਕਿ ਜਦੋਂ ਵੀ ਉਸਦੇ ਪਾਪਾ ਦਫ਼ਤਰੋਂ ਆਉਂਦੇ ਹਨ ਤਾਂ ਉਹ ਬਹੁਤ ਘਬਰਾਏ ਹੋਏ ਅਤੇ ਉਦਾਸ ਹੁੰਦੇ ਹਨ। ਉਸਨੇ ਆਪਣੇ ਪਾਪਾ ਨੂੰ ਉਦਾਸੀ ਦਾ ਕਾਰਨ ਪੁੱਛਿਆ, ਪਰ ਉਸਦੇ ਪਾਪਾ ਕੰਮ ਦਾ ਬੋਝ ਕਹਿ ਕੇ ਟਾਲ ਦਿੰਦੇ। ਇੱਕ ਦਿਨ ਪ੍ਰੀਤ ਨੇ ਜਿੱਦ ਕੀਤੀ ਕਿ ਪਾਪਾ, ਕੋਈ ਤਾਂ ਗੱਲ ਹੈ ਜੋ ਤੁਸੀਂ ਸਾਡੇ ਤੋਂ ਲੁਕਾ ਰਹੇ ਹੋ। ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੇ ਨਾਲ ਆਪਣੀ ਪਰੇਸ਼ਾਨੀ ਦਾ ਕਾਰਨ ਸਾਂਝਾ ਕਰੋ। ਪ੍ਰੀਤ ਦੇ ਪਾਪਾ ਕਹਿਣ ਲੱਗੇ ਕਿ ਪੁੱਤ, ਤੂੰ ਸੱਚ ਕਹਿ ਰਹੀ ਹੈ, ਪਰੇਸ਼ਾਨ ਤਾਂ ਮੈਂ ਹਾਂ, ਪਰ ਮੈਨੂੰ ਡਰ ਹੈ ਕਿ ਜੇ ਮੈਂ ਆਪਣੀ ਪਰੇਸ਼ਾਨੀ ਤੇਰੇ ਨਾਲ ਸਾਂਝੀ ਕੀਤੀ ਤਾਂ ਕਿਤੇ ਤੁਸੀਂ ਮੇਰੇ ਤੋਂ ਦੂਰ ਨਾ ਹੋ ਜਾਓ। ਤਾਂ ਪ੍ਰੀਤ ਕਹਿਣ ਲੱਗੀ ਕਿ ਪਾਪਾ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਤੁਸੀਂ ਮੇਰੇ ਨਾਲ ਆਪਣੀ ਪਰੇਸ਼ਾਨੀ ਸਾਂਝੀ ਕਰ ਸਕਦੇ ਹੋ। ਪ੍ਰੀਤ ਦੇ ਪਾਪਾ ਨੇ ਦੱਸਣਾ ਸ਼ੁਰੂ ਕੀਤਾ ਕਿ ਪੁੱਤ, ਮੈਂ ਪਿਛਲੇ ਹਫ਼ਤੇ ਤੁਹਾਨੂੰ ਇੱਕ ਕੇਸ ਬਾਰੇ ਦੱਸਿਆ ਸੀ ਕਿ ਇੱਕ 20 ਸਾਲ ਦੀ ਕੁੜੀ ਕਤਲ ਕੇਸ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹੈ। ਤਾਂ ਪ੍ਰੀਤ ਕਹਿਣ ਲੱਗੀ, ਹਾਂ ਪਾਪਾ, ਦੱਸਿਆ ਸੀ। ਫਿਰ ਇਹਦੇ ਵਿੱਚ ਪਰੇਸ਼ਾਨੀ ਵਾਲੀ ਕੀ ਗੱਲ ਹੈ? ਤੁਸੀਂ ਪੁਲਿਸ ਅਫਸਰ ਹੋ ਅਤੇ ਤੁਹਾਡੇ ਕੋਲ ਤਾਂ ਰੋਜ਼ਾਨਾ ਹੀ ਇੱਦਾਂ ਦੇ ਕੇਸ ਆਉਂਦੇ ਨੇ, ਫਿਰ ਪਰੇਸ਼ਾਨੀ ਕਿਸ ਗੱਲ ਦੀ? ਤਾਂ ਉਸਦੇ ਪਾਪਾ ਕਹਿਣ ਲੱਗੇ ਕਿ ਪੁੱਤ, ਉਹ ਕੇਸ ਅਤੇ ਇਹ ਕੇਸ ਬਹੁਤ ਅਲੱਗ ਹੈ। ਤਾਂ ਪ੍ਰੀਤ ਨੇ ਕਿਹਾ ਕਿ ਕੀ ਮਤਲਬ ਪਾਪਾ ਜੀ? ਪ੍ਰੀਤ ਦੇ ਪਾਪਾ ਨੇ ਦੱਸਣਾ ਸ਼ੁਰੂ ਕੀਤਾ ਕਿ ਪੁੱਤ, ਅੱਜ ਜਦੋਂ ਮੈਂ ਉਸ ਕੁੜੀ ਦੇ ਬਿਆਨ ਲੈਣ ਲਈ ਜੇਲ੍ਹ ਗਿਆ ਤਾਂ ਉਸ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਉਹ ਕੁੜੀ ਦੇ ਪਾਪਾ ਪੁਲਿਸ ਵਿੱਚ ਅਫਸਰ ਹਨ ਅਤੇ ਸਮੇਂ-ਸਮੇਂ 'ਤੇ ਉਹਨਾਂ ਦਾ ਤਬਾਦਲਾ ਵੱਖ-ਵੱਖ ਸ਼ਹਿਰਾਂ ਵਿੱਚ ਹੁੰਦਾ ਰਹਿੰਦਾ ਹੈ। ਅੱਜ ਤੋਂ 22 ਸਾਲ ਪਹਿਲਾਂ ਉਸ ਦੀ ਬਦਲੀ ਮੇਰਠ ਦੇ ਇੱਕ ਸ਼ਹਿਰ ਵਿੱਚ ਹੋਈ ਸੀ। ਜਦੋਂ ਉਹ ਮੇਰਠ ਗਏ ਤਾਂ ਉਸ ਦੀ ਧੀ ਪ੍ਰੀਤ 1 ਸਾਲ ਦੀ ਵੀ ਨਹੀਂ ਸੀ ਹੋਈ। ਇਸ ਕਰਕੇ ਉਹ ਆਪਣੀ ਪਤਨੀ ਅਤੇ ਧੀ ਨੂੰ ਉੱਥੇ ਨਾਲ ਨਾ ਲੈ ਜਾ ਸਕੇ। ਜਦੋਂ ਉਹ ਮੇਰਠ ਗਏ ਤਾਂ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕੀਤਾ। ਉਹਨਾਂ ਦਾ ਉੱਥੇ ਦਿਲ ਨਹੀਂ ਲੱਗਿਆ। ਉਹ ਮੁੜ ਆਪਣਾ ਤਬਾਦਲਾ ਆਪਣੇ ਸ਼ਹਿਰ ਕਰਵਾਉਣਾ ਚਾਹੁੰਦੇ ਸੀ, ਪਰ ਉਹਨਾਂ ਦੀ ਕੋਈ ਵਾਹ ਨਾ ਲੱਗੀ, ਜਿਸ ਕਰਕੇ ਮਜਬੂਰੀ ਵਿੱਚ ਉਹਨਾਂ ਨੂੰ ਮੇਰਠ ਜੁਆਇਨ ਕਰਨਾ ਪਿਆ। ਇੱਕ ਦਿਨ ਉਹ ਆਪਣੇ ਸਾਥੀ ਨਾਲ ਬਾਹਰ ਘੁੰਮਣ ਲਈ ਨਿਕਲੇ, ਕਿਉਂਕਿ ਉਹਨਾਂ ਦੇ ਸਾਥੀ ਨੇ ਕਿਹਾ ਕਿ ਸਾਹਿਬ ਜੀ, ਜੇ ਤੁਹਾਡਾ ਦਿਲ ਨਹੀਂ ਲੱਗਦਾ ਤਾਂ ਚਲੋ ਆਪਾਂ ਬਾਹਰ ਕਿਤੇ ਘੁੰਮ ਫਿਰ ਆਉਂਦੇ ਹਾਂ, ਕਿਉਂਕਿ ਜੇ ਤੁਸੀਂ ਇੱਥੇ ਇਸੇ ਤਰ੍ਹਾਂ ਪਰੇਸ਼ਾਨ ਰਹੋਗੇ ਤਾਂ ਤੁਸੀਂ ਬਿਮਾਰ ਹੋ ਜਾਓਗੇ। ਹੌਲੀ-ਹੌਲੀ ਤੁਹਾਨੂੰ ਆਪਣਾ ਦਿਲ ਲਗਾ ਲੈਣਾ ਚਾਹੀਦਾ ਹੈ। ਕੀ ਪਤਾ ਤੁਹਾਨੂੰ ਇੱਥੇ ਕਿੰਨਾ ਸਮਾਂ ਡਿਊਟੀ ਕਰਨੀ ਪਵੇ। ਪ੍ਰੀਤ ਦੇ ਪਾਪਾ ਆਪਣੇ ਦੋਸਤ ਨਾਲ ਬਾਹਰ ਘੁੰਮਣ ਲਈ ਨਿਕਲ ਗਏ ਤਾਂ ਉਹਨਾਂ ਨੇ ਰਸਤੇ ਵਿੱਚ ਇੱਕ ਬਹੁਤ ਸੋਹਣੀ ਕੁੜੀ ਵੇਖੀ। ਉਹ ਕੁੜੀ ਇਕੱਲੀ ਤੁਰੀ ਜਾ ਰਹੀ ਸੀ। ਪ੍ਰੀਤ ਦੇ ਪਾਪਾ ਨਾ ਚਾਹੁੰਦੇ ਹੋਏ ਵੀ ਉਸ ਕੁੜੀ ਤੋਂ ਨਿਗਾਹ ਨਹੀਂ ਹਟ ਰਹੀ ਸੀ। ਉਹਨਾਂ ਨੇ ਉਸ ਨੂੰ ਵਾਰ-ਵਾਰ ਦੇਖਿਆ। ਜਦੋਂ ਵਾਪਸ ਕਮਰੇ ਵਿੱਚ ਆਏ ਤਾਂ ਪ੍ਰੀਤ ਦੇ ਪਾਪਾ ਨੂੰ ਉਸ ਕੁੜੀ ਦੇ ਬਾਰ-ਬਾਰ ਖਿਆਲ ਆ ਰਹੇ ਸਨ। ਉਹਨਾਂ ਨੂੰ ਪਤਾ ਨਹੀਂ ਕਿਉਂ ਇੱਦਾਂ ਲੱਗ ਰਿਹਾ ਸੀ ਕਿ ਜਿਵੇਂ ਉਹਨਾਂ ਨੂੰ ਉਸ ਕੁੜੀ ਨਾਲ ਮੁਹੱਬਤ ਹੋ ਗਈ ਹੋਵੇ। ਇਹ ਗੱਲ ਸੋਚਦਿਆਂ ਹੀ ਪ੍ਰੀਤ ਦੇ ਪਾਪਾ ਨੂੰ ਆਪਣੇ ਆਪ 'ਤੇ ਗੁੱਸਾ ਆਇਆ, ਕਿਉਂਕਿ ਉਹ ਇੱਕ ਵਿਆਹਿਆ ਹੋਇਆ ਅਤੇ ਇੱਕ ਬੱਚੀ ਦਾ ਬਾਪ ਸੀ। ਉਸ ਦੇ ਲਈ ਇਹ ਸੋਚਣਾ ਵੀ ਪਾਪ ਸੀ, ਪਰ ਨਾ ਚਾਹੁੰਦੇ ਹੋਏ ਵੀ ਉਹ ਉਸ ਕੁੜੀ ਦੇ ਖਿਆਲਾਂ ਵਿੱਚੋਂ ਨਾ ਨਿਕਲ ਸਕੇ। ਉਹਨਾਂ ਨੇ ਆਪਣੇ ਦੋਸਤ ਕੋਲ ਗੱਲ ਕੀਤੀ ਤਾਂ ਉਸ ਦੇ ਦੋਸਤ ਨੇ ਦੱਸਿਆ ਕਿ ਇਹ ਲੜਕੀ ਆਪਣੀ ਮਤਰੇਈ ਮਾਂ ਨਾਲ ਰਹਿੰਦੀ ਹੈ ਅਤੇ ਉਸ ਦੀ ਮਾਂ ਉਸ ਨਾਲ ਬਹੁਤ ਕੁੱਟਮਾਰ ਕਰਦੀ ਹੈ। ਇਹ ਸੁਣ ਕੇ ਉਹਨਾਂ ਨੂੰ ਉਸ ਕੁੜੀ 'ਤੇ ਬਹੁਤ ਤਰਸ ਆਇਆ, ਪਰ ਉਹ ਆਪਣੇ ਦਿਲ ਦਿਮਾਗ ਵਿੱਚੋਂ ਉਸ ਕੁੜੀ ਨੂੰ ਕੱਢਣਾ ਚਾਹੁੰਦੇ ਸੀ। ਇੱਕ ਦਿਨ ਉਹ ਰਾਤ ਦੀ ਡਿਊਟੀ 'ਤੇ ਆਪਣੇ ਥਾਣੇ ਵਿੱਚ ਤੈਨਾਤ ਸਨ ਕਿ ਉਹ ਲੜਕੀ ਰੋਂਦੀ-ਰੋਂਦੀ ਆਈ ਅਤੇ ਉਹਨਾਂ ਦੇ ਸਾਹਮਣੇ ਕੁਰਸੀ 'ਤੇ ਬੈਠ ਕੇ ਰੋਣ ਲੱਗੀ। ਜਦੋਂ ਉਹਨਾਂ ਨੇ ਉਸ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੀ ਮਤਰੇਈ ਮਾਂ ਉਸ ਨੂੰ ਪਸ਼ੂਆਂ ਵਾਂਗ ਕੁੱਟਦੀ ਮਾਰਦੀ ਹੈ। ਇਸ ਲਈ ਉਹ ਉਸ ਨੂੰ ਸਮਝਾਉਂਦੇ ਹੋਏ ਪ੍ਰੀਤ ਦੇ ਪਾਪਾ ਨੇ ਕਿਹਾ ਕਿ ਸਾਨੂੰ ਇਸ ਸਮੇਂ ਇੱਦਾਂ ਥਾਣੇ ਵਿੱਚ ਨਹੀਂ ਆਉਣਾ ਚਾਹੀਦਾ, ਕਿਉਂਕਿ ਸਾਰੇ ਲੋਕ ਚੰਗੇ ਨਹੀਂ ਹੁੰਦੇ। ਪ੍ਰੀਤ ਦੇ ਪਾਪਾ ਨੇ ਬਾਕੀ ਸਹਿਕਰਮੀਆਂ ਨੂੰ ਉਸ ਕੁੜੀ ਨੂੰ ਤਾੜਦੇ ਹੋਏ ਵੇਖ ਲਿਆ ਸੀ। ਇਸ ਵਾਰ ਤਾਂ ਉਸ ਨੇ ਸਮਝਾ ਬੁਝਾ ਕੇ
ਉਸ ਕੁੜੀ ਨੂੰ ਵਾਪਸ ਘਰ ਭੇਜ ਦਿੱਤਾ ਤੇ ਵਾਪਸ ਆਪਣੇ ਕਮਰੇ ਵਿੱਚ ਆ ਕੇ ਉਹ ਫਿਰ ਸੋਚਣ ਲੱਗੇ ਕਿ ਉਸ ਕੁੜੀ ਦੀ ਮਾਂ ਨਾਲ ਗੱਲ ਕਰਨੀ ਚਾਹੀਦੀ ਹੈ। ਜਦੋਂ ਉਹ ਉਸ ਕੁੜੀ ਦੀ ਮਾਂ ਕੋਲ ਸਮਝਾਉਣ ਲਈ ਗਏ ਤਾਂ ਉਹ ਉਸ ਦੇ ਗਲ ਪੈ ਗਈ। ਇਸ ਲਈ ਉਹ ਚੁੱਪਚਾਪ ਵਾਪਸ ਆ ਗਏ। ਥੋੜ੍ਹੇ ਦਿਨਾਂ ਬਾਅਦ ਉਹ ਆਪਣੇ ਕਮਰੇ ਵਿੱਚ ਪਏ ਸਨ ਕਿ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਜ਼ੋਰ-ਜ਼ੋਰ ਦੀ ਖੜਕਾਉਣ ਲੱਗੇ। ਜਦੋਂ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਆਪਣੇ ਸਾਹਮਣੇ ਉਸ ਕੁੜੀ ਨੂੰ ਵੇਖ ਕੇ ਹੈਰਾਨ ਰਹਿ ਗਏ। ਉਸ ਕੁੜੀ ਦਾ ਨਾਮ ਗੀਤਾ ਸੀ। ਉਸਨੇ ਕਿਹਾ, "ਗੀਤਾ, ਇੰਨੀ ਰਾਤ ਨੂੰ ਤੂੰ ਇੱਥੇ ਕੀ ਕਰ ਰਹੀ ਹੈ?" ਉਸਨੇ ਅਜੇ ਇੰਨਾ ਹੀ ਪੁੱਛਿਆ ਸੀ ਕਿ ਪਿੰਡ ਦੇ ਲੋਕਾਂ ਦੀ ਭੀੜ ਨੇ ਆ ਕੇ ਉੱਥੇ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਲੋਕ ਇਲਜ਼ਾਮ ਲਗਾ ਰਹੇ ਸਨ ਕਿ ਉਸ ਲੜਕੀ ਦੇ ਪ੍ਰੀਤ ਦੇ ਪਾਪਾ ਨਾਲ ਨਾਜਾਇਜ਼ ਸੰਬੰਧ ਨੇ। ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਜਾਂ ਤਾਂ ਤੁਹਾਨੂੰ ਇਸ ਲੜਕੀ ਨਾਲ ਵਿਆਹ ਕਰਾਉਣਾ ਪਵੇਗਾ, ਨਹੀਂ ਫਿਰ ਇਸ ਦਾ ਹਰਸ਼ ਮਾੜਾ ਹੋਵੇਗਾ। ਸਥਿਤੀ ਵਿਗੜਦੀ ਗਈ। ਪ੍ਰੀਤ ਦੇ ਪਾਪਾ ਨੇ ਬਿਨਾਂ ਸੋਚੇ ਸਮਝੇ ਉਸ ਲੜਕੀ ਨਾਲ ਵਿਆਹ ਕਰਾਉਣ ਲਈ ਹਾਂ ਕਰ ਦਿੱਤੀ। ਕਿਤੇ ਨਾ ਕਿਤੇ ਪ੍ਰੀਤ ਦੇ ਪਾਪਾ ਵੀ ਗੀਤਾ ਨੂੰ ਪਸੰਦ ਕਰਦੇ ਸੀ। ਉਹਨਾਂ ਨੇ ਆਪਣੇ ਪਰਿਵਾਰ ਬਾਰੇ ਨਾ ਸੋਚ ਕੇ ਆਪਣੇ ਲੋਕਾਂ ਦੇ ਦਬਾਅ ਵਿੱਚ ਆ ਕੇ ਉਸ ਲੜਕੀ ਨਾਲ ਉਸੇ ਰਾਤ ਵਿਆਹ ਕਰ ਲਿਆ ਅਤੇ ਫਿਰ ਉਹ ਗੀਤਾ ਨੂੰ ਲੈ ਕੇ ਰਹਿਣ ਲੱਗੇ, ਜਿੱਥੇ ਉਹ ਗੀਤਾ ਨਾਲ ਵਿਆਹ ਕਰਕੇ ਖੁਸ਼ ਸੀ। ਪਰ ਕਦੇ-ਕਦੇ ਉਹ ਆਪਣੀ ਪਹਿਲੀ ਪਤਨੀ ਅਤੇ ਬੱਚੀ ਬਾਰੇ ਸੋਚ ਕੇ ਪਰੇਸ਼ਾਨ ਵੀ ਹੋ ਜਾਂਦਾ। ਸਮਾਂ ਬੀਤਦਾ ਗਿਆ ਅਤੇ ਪ੍ਰੀਤ ਦੇ ਪਾਪਾ ਦੀ ਬਦਲੀ ਦੇ ਆਰਡਰ ਆ ਗਏ। ਉਸ ਸਮੇਂ ਗੀਤਾ ਮਾਂ ਬਣਨ ਵਾਲੀ ਸੀ। ਉਸਨੇ ਗੀਤਾ ਨੂੰ ਉਸ ਦੀ ਮਤਰੇਈ ਮਾਂ ਕੋਲ ਛੱਡ ਕੇ ਦੁਬਾਰਾ ਵਾਪਸ ਆ ਕੇ ਲੈ ਜਾਣ ਦਾ ਵਾਅਦਾ ਕਰਦੇ ਹੋਏ ਉੱਥੋਂ ਵਿਦਾ ਲੈ ਲਈ ਤੇ ਵਾਪਸ ਆਪਣੀ ਡਿਊਟੀ ਆਪਣੇ ਸ਼ਹਿਰ ਵਿੱਚ ਜੁਆਇਨ ਕਰ ਲਈ। ਸ਼ਹਿਰ ਆ ਕੇ ਉਹਨਾਂ ਨੂੰ ਹਜੇ ਜੁਆਇਨ ਕੀਤਾ 1 ਦਿਨ ਹੀ ਹੋਇਆ ਸੀ ਕਿ ਉਹਨਾਂ ਦੀ ਮਾਤਾ ਦੀ ਮੌਤ ਹੋ ਗਈ। ਉਹ ਆਪਣੀ ਮਾਤਾ ਦੀ ਮੌਤ ਦੇ ਸਦਮੇ ਵਿੱਚ ਇੰਨਾ ਉਲਝ ਗਏ ਕਿ ਉਸ ਨੂੰ ਗੀਤਾ ਦਾ ਖਿਆਲ ਹੀ ਨਾ ਰਿਹਾ। ਦੂਸਰੀ ਗੱਲ, ਉਹ ਆਪਣੀ ਪਹਿਲੀ ਪਤਨੀ ਨੂੰ ਗੀਤਾ ਬਾਰੇ ਕਿਵੇਂ ਦੱਸਦੇ? ਉਹ ਚਾਹੁੰਦੇ ਹੋਏ ਵੀ ਗੀਤਾ ਨੂੰ ਆਪਣੇ ਸ਼ਹਿਰ ਨਹੀਂ ਲੈ ਜਾ ਸਕਦੇ ਸੀ। ਇਹਨਾਂ ਉਲਝਣਾਂ ਵਿੱਚ ਉਲਝੇ ਇੱਕ ਦਿਨ ਉਹ ਵਾਪਸ ਗੀਤਾ ਨੂੰ ਮਿਲਣ ਆਏ ਤਾਂ ਗੀਤਾ ਦੀ ਮਤਰੇਈ ਮਾਂ ਨੇ ਦੱਸਿਆ ਕਿ ਤੁਹਾਡੇ ਜਾਣ ਤੋਂ ਬਾਅਦ ਗੀਤਾ ਬਹੁਤ ਬਿਮਾਰ ਹੋ ਗਈ ਸੀ ਅਤੇ ਉਸ ਦੀ ਕੁੱਖੋਂ ਇੱਕ ਬੇਟੀ ਨੇ ਜਨਮ ਲਿਆ ਸੀ ਅਤੇ ਜਨਮ ਲੈਂਦੇ ਹੀ ਉਹਨਾਂ ਦੋਨਾਂ ਮਾਵਾਂ ਧੀਆਂ ਦੀ ਮੌਤ ਹੋ ਗਈ। ਇਹ ਸੁਣ ਕੇ ਪ੍ਰੀਤ ਦੇ ਪਾਪਾ ਨੂੰ ਬਹੁਤ ਸਦਮਾ ਲੱਗਿਆ। ਉਹ ਬਹੁਤ ਦੁਖੀ ਹੋਏ ਅਤੇ ਉਹਨਾਂ ਨੂੰ ਗੀਤਾ ਦੇ ਬੋਲ ਵਾਰ-ਵਾਰ ਯਾਦ ਆ ਰਹੇ ਸੀ, ਜਿਹੜੇ ਕਿ ਉਸਨੇ ਗੀਤਾ ਦੇ ਪਾਪਾ ਨੂੰ ਵਾਪਸ ਜਾਂਦੇ ਸਮੇਂ ਕਹੇ ਸੀ। ਗੀਤਾ ਨੇ ਕਿਹਾ ਸੀ ਕਿ ਜੇ ਤੁਸੀਂ ਮੈਨੂੰ ਇਕੱਲੀ ਨੂੰ ਛੱਡ ਕੇ ਜਾਓਗੇ ਤਾਂ ਫਿਰ ਤੁਸੀਂ ਮੈਨੂੰ ਕਦੇ ਨਹੀਂ ਮਿਲ ਸਕੋਗੇ। ਇਸ ਕਰਕੇ ਗੀਤਾ ਦੇ ਪਾਪਾ ਨੂੰ ਆਪਣੇ ਆਪ 'ਤੇ ਬਹੁਤ ਗੁੱਸਾ ਆ ਰਿਹਾ ਸੀ, ਪਰ ਉਹ ਕਰ ਵੀ ਕੀ ਸਕਦਾ ਸੀ। ਉਹ ਦੁਖੀ ਹੋ ਕੇ ਉੱਥੋਂ ਵਾਪਸ ਆ ਗਿਆ। ਵਾਪਸ ਆ ਕੇ ਉਹ ਆਪਣੀ ਜ਼ਿੰਦਗੀ ਵਿੱਚ ਵਿਅਸਤ ਹੋ ਗਿਆ ਅਤੇ ਗੀਤਾ ਨੂੰ ਭੁੱਲ ਗਿਆ, ਕਿਉਂਕਿ ਉਸਨੇ ਉਸ ਨੂੰ ਮਰਿਆ ਹੋਇਆ ਹੀ ਸਮਝ ਲਿਆ ਸੀ। ਹੌਲੀ-ਹੌਲੀ ਦਿਨ ਬੀਤਦੇ ਗਏ। ਪ੍ਰੀਤ ਦੇ ਪਾਪਾ ਨੂੰ ਆਪਣੀ ਪਤਨੀ ਅਤੇ ਬੱਚੀ ਨਾਲ ਖੁਸ਼ ਰਹਿਣ ਲੱਗੇ, ਪਰ ਅੱਜ 20 ਸਾਲ ਬਾਅਦ ਜੋ ਸੱਚਾਈ ਉਸ ਨੂੰ ਪਤਾ ਲੱਗੀ, ਉਹ ਸੁਣ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜਦੋਂ ਉਹ ਕਤਲ ਕੇਸ ਵਾਲੇ ਮਾਮਲੇ ਵਿੱਚ ਕੁੜੀ ਨੂੰ ਮਿਲਣ ਲਈ ਅਤੇ ਉਹਨਾਂ ਦੇ ਵਿਆਹ ਦਰਜ ਕਰਨ ਲਈ ਗਏ ਤਾਂ ਕੁੜੀ ਨੂੰ ਵੇਖ ਕੇ ਉਹਨਾਂ ਨੂੰ ਸਦਮਾ ਲੱਗਿਆ, ਕਿਉਂਕਿ ਉਸ ਕੁੜੀ ਦੀ ਸ਼ਕਲ ਹੂ-ਬ-ਹੂ ਪ੍ਰੀਤ ਦੇ ਪਾਪਾ ਨਾਲ ਮਿਲਦੀ ਸੀ ਅਤੇ ਕਿਤੇ ਨਾ ਕਿਤੇ ਪ੍ਰੀਤ ਦੇ ਪਾਪਾ ਦੇ ਦਿਮਾਗ ਵਿੱਚ 20 ਸਾਲ ਪਹਿਲਾਂ ਵਾਲੀ ਘਟਨਾ ਯਾਦ ਆ ਗਈ। ਉਸ ਦੇ ਦਿਮਾਗ ਵਿੱਚ ਆਇਆ ਕਿ ਗੀਤਾ ਨੇ ਕਿਸ ਗੱਲ ਤੋਂ ਕਿਹਾ ਸੀ ਕਿ ਤੁਸੀਂ ਮੈਨੂੰ ਦੁਬਾਰਾ ਵਾਪਸ ਨਹੀਂ ਮਿਲ ਸਕੋਗੇ ਅਤੇ ਉਹਨਾਂ ਨੂੰ ਪਛਤਾਵਾ ਹੋ ਰਿਹਾ ਸੀ ਕਿ ਉਹਨਾਂ ਨੇ ਗੀਤਾ ਦੀ ਮਤਰੇਈ ਮਾਂ ਦੇ ਮੂੰਹੋਂ ਮਾਵਾਂ ਧੀਆਂ ਦੀ ਮੌਤ ਬਾਰੇ ਸੁਣ ਕੇ ਯਕੀਨ ਕਿਉਂ ਕੀਤਾ, ਕਿਉਂਕਿ ਪ੍ਰੀਤ ਦੇ ਪਾਪਾ ਨੂੰ ਲੱਗ ਰਿਹਾ ਸੀ ਕਿ ਉਹ ਉਸ ਦੀ ਹੀ ਲੜਕੀ ਹੈ ਜੋ ਜੇਲ੍ਹ ਵਿੱਚ ਹੈ। ਇਸ ਲਈ ਉਹ ਆਪਣੀ ਬੇਟੀ ਦਾ ਸਾਹਮਣਾ ਕਰਨ ਤੋਂ ਡਰ ਰਹੇ ਸੀ। ਉਹਨਾਂ ਨੂੰ ਡਰ ਸੀ ਕਿ ਜੇ ਉਹ ਲੜਕੀ ਸੱਚਮੁੱਚ ਉਸ ਦੀ ਬੇਟੀ ਹੋਈ
ਤਾਂ ਉਹ ਇੱਕ ਮੁਜਰਮ ਦੇ ਰੂਪ ਵਿੱਚ ਆਪਣੀ ਬੇਟੀ ਨੂੰ ਕਿਵੇਂ ਸਵੀਕਾਰ ਕਰਨਗੇ? ਅਤੇ ਦੂਸਰੀ ਗੱਲ, ਉਹ ਪ੍ਰੀਤ ਅਤੇ ਉਸ ਦੀ ਮੰਮੀ ਨੂੰ ਕੀ ਮੂੰਹ ਦਿਖਾਉਣਗੇ? ਪਰ ਇਸ ਗੱਲ ਨੇ ਉਹਨਾਂ ਨੂੰ ਇੰਨਾ ਪਰੇਸ਼ਾਨ ਕੀਤਾ ਕਿ ਉਹਨਾਂ ਕੋਲੋਂ ਆਪਣੀ ਧੀ ਨਾਲ ਗੱਲ ਕੀਤੇ ਬਿਨਾਂ ਰਿਹਾ ਨਾ ਗਿਆ। ਇਸ ਲਈ ਉਹਨਾਂ ਨੇ ਪ੍ਰੀਤ ਕੋਲੋਂ ਰੋਂਦੇ ਹੋਏ ਇਹ ਸਾਰੀ ਗੱਲ ਦੱਸੀ। ਤਾਂ ਪ੍ਰੀਤ ਨੇ ਹਾਲਾਤ ਸਮਝਾਉਂਦੇ ਹੋਏ ਆਪਣੇ ਪਾਪਾ ਨੂੰ ਦਿਲਾਸਾ ਦਿੱਤਾ, ਕੋਈ ਗੱਲ ਨਹੀਂ ਪਾਪਾ, ਇਨਸਾਨ ਗਲਤੀਆਂ ਦਾ ਪੁਤਲਾ ਹੈ ਅਤੇ ਗਲਤੀਆਂ ਹੋਣਾ ਸੁਭਾਵਿਕ ਹੈ। ਤੁਸੀਂ ਉਸ ਲੜਕੀ ਤੋਂ ਸਾਰਾ ਕੁਝ ਪਤਾ ਕਰੋ, ਫਿਰ ਆਪਾਂ ਅੱਗੇ ਵੇਖਦੇ ਹਾਂ। ਇੱਕ ਦਿਨ ਪ੍ਰੀਤ ਦੇ ਪਾਪਾ ਡਿਊਟੀ 'ਤੇ ਗਏ ਤਾਂ ਉਹ ਉਸ ਲੜਕੀ ਨੂੰ ਮਿਲਣ ਜੇਲ੍ਹ ਗਏ ਤੇ ਉਹਨਾਂ ਨੇ ਉਸ ਲੜਕੀ ਨੂੰ ਪੁੱਛਿਆ ਕਿ ਕੀ ਤੁਸੀਂ ਮੈਨੂੰ ਜਾਣਦੇ ਹੋ? ਤਾਂ ਲੜਕੀ ਨੇ ਕਿਹਾ, ਇੱਕ ਧੀ ਭਾਵੇਂ ਉਸਨੇ ਆਪਣੇ ਪਿਓ ਨੂੰ ਵੇਖਿਆ ਤੱਕ ਨਾ ਹੋਵੇ, ਜੇ ਉਹ 20 ਸਾਲ ਬਾਅਦ ਵੀ ਆਪਣੇ ਪਿਓ ਨੂੰ ਮਿਲਦੀ ਹੈ ਤਾਂ ਉਸ ਨੂੰ ਪਹਿਚਾਨਣ ਵਿੱਚ ਗਲਤੀ ਨਹੀਂ ਕਰ ਸਕਦੀ। ਅਤੇ ਮੈਂ ਤੁਹਾਨੂੰ ਵੇਖਦੇ ਹੀ ਪਛਾਣ ਗਈ ਸੀ ਕਿ ਤੁਸੀਂ ਮੇਰੇ ਪਾਪਾ ਹੋ, ਕਿਉਂਕਿ ਮੈਂ ਤੁਹਾਡੀ ਫੋਟੋ ਆਪਣੀ ਨਾਨੀ ਕੋਲ ਵੇਖੀ ਸੀ। ਉਸ ਤੋਂ ਬਾਅਦ ਪ੍ਰੀਤ ਦੇ ਪਾਪਾ ਨੇ ਉਸ ਲੜਕੀ ਨੂੰ ਉਸ ਦੀ ਜ਼ਿੰਦਗੀ ਬਾਰੇ ਅਤੇ ਇਸ ਕਤਲ ਕੇਸ ਬਾਰੇ ਪੁੱਛਿਆ ਤਾਂ ਉਸ ਲੜਕੀ ਨੇ ਦੱਸਣਾ ਸ਼ੁਰੂ ਕੀਤਾ ਕਿ ਜਦੋਂ ਤੋਂ ਉਸ ਦੀ ਸੁਰਤ ਸੰਭਲੀ ਹੈ ਤਾਂ ਉਸ ਨੇ ਆਪਣੀ ਮਾਂ ਜਾਂ ਪਾਪਾ ਨੂੰ ਨਹੀਂ ਵੇਖਿਆ, ਬਲਕਿ ਉਹ ਆਪਣੀ ਮਤਰੇਈ ਨਾਨੀ ਕੋਲ ਰਹਿੰਦੀ ਸੀ। ਉਸ ਦੀ ਨਾਨੀ ਉਸ ਨਾਲ ਬਹੁਤ ਬੁਰਾ ਵਿਵਹਾਰ ਕਰਦੀ ਸੀ। ਜਦੋਂ ਉਹ ਸਕੂਲ ਜਾਂਦੀ ਅਤੇ ਦੂਜੇ ਬੱਚੇ ਆਪਣੀ ਨਾਨੀ ਦੀਆਂ ਸਿਫਤਾਂ ਕਰਦੇ ਤਾਂ ਉਹ ਮਨ ਹੀ ਮਨ ਸੋਚਦੀ ਕਿ ਮੇਰੀ ਨਾਨੀ ਮੇਰੇ ਨਾਲ ਇੱਦਾਂ ਦਾ ਸਲੂਕ ਕਿਉਂ ਕਰਦੀ ਹੈ। ਤਾਂ ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਉਹ ਮੇਰੀ ਸਕੀ ਨਾਨੀ ਨਹੀਂ, ਸਗੋਂ ਮਤਰੇਈ ਨਾਨੀ ਹੈ ਅਤੇ ਮੇਰੇ ਜਨਮ ਸਮੇਂ ਮੇਰੀ ਮਾਂ ਦੀ ਦੇਖਭਾਲ ਨਾ ਕਰਨ ਕਰਕੇ ਉਹਨਾਂ ਦੀ ਮੌਤ ਹੋ ਗਈ ਅਤੇ ਉਸ ਦਿਨ ਤੋਂ ਬਾਅਦ ਹੀ ਉਹ ਮੈਨੂੰ ਬਹੁਤ ਸਮਝਣ ਲੱਗੀ। ਹੌਲੀ ਹੌਲੀ ਜਦੋਂ ਮੈਂ ਵੱਡੀ ਹੋਈ ਤਾਂ ਮੇਰੀ ਨਾਨੀ ਨੇ ਮੇਰੇ ਤੋਂ ਘਰ ਦਾ ਸਾਰਾ ਕੰਮ ਕਰਾਉਣਾ ਸ਼ੁਰੂ ਕਰ ਦਿੱਤਾ। ਕੰਮ ਕਰਵਾਉਣ ਦੇ ਬਦਲੇ ਉਹ ਮੈਨੂੰ ਰੱਜ ਕੇ ਰੋਟੀ ਵੀ ਨਾ ਦਿੰਦੀ ਅਤੇ ਛੋਟੀ ਜਿਹੀ ਗਲਤੀ ਹੋਣ 'ਤੇ ਪਸ਼ੂਆਂ ਵਾਂਗ ਕੁੱਟਦੀ ਸੀ। ਜਦੋਂ ਮੈਂ 12-13 ਸਾਲਾਂ ਦੀ ਹੋਈ ਤਾਂ ਉਸ ਨੇ ਮੈਨੂੰ ਲੋਕਾਂ ਦੇ ਘਰ ਕੰਮ ਕਰਾਉਣ ਲਈ ਭੇਜਣਾ ਸ਼ੁਰੂ ਕਰ ਦਿੱਤਾ। ਮੈਂ ਲੋਕਾਂ ਦੇ ਘਰ ਕੰਮ ਕਰਨ ਜਾਂਦੀ, ਪਰ ਘਰਾਂ ਦੇ ਮਾਲਕ ਮੇਰੇ 'ਤੇ ਬੁਰੀ ਨਿਗਾਹ ਰੱਖਦੇ। ਜਦੋਂ ਮੈਂ ਨਾਨੀ ਨੂੰ ਆ ਕੇ ਦੱਸਦੀ ਤਾਂ ਉਹ ਮੇਰੀ ਗੱਲ 'ਤੇ ਕਦੇ ਯਕੀਨ ਨਾ ਕਰਦੀ। ਇੱਕ ਦਿਨ ਮੈਂ ਕੰਮ ਤੋਂ ਵਾਪਸ ਆ ਰਹੀ ਸੀ ਕਿ ਇੱਕ 45 ਸਾਲ ਦਾ ਬੰਦਾ ਮੇਰਾ ਪਿੱਛਾ ਕਰ ਰਿਹਾ ਸੀ। ਮੈਂ ਬਹੁਤ ਡਰੀ ਅਤੇ ਭੱਜ ਕੇ ਘਰ ਆ ਕੇ ਦਰਵਾਜ਼ਾ ਬੰਦ ਕਰ ਲਿਆ। ਜਦੋਂ ਮੈਂ ਨਾਨੀ ਨੂੰ ਉਸ ਬੰਦੇ ਬਾਰੇ ਦੱਸਿਆ ਤਾਂ ਨਾਨੀ ਨੇ ਮੈਨੂੰ ਹੀ ਬੁਰਾ ਭਲਾ ਕਿਹਾ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਗਈ ਅਤੇ ਸਾਰੀ ਰਾਤ ਆਪਣੀ ਮੰਮੀ ਪਾਪਾ ਦੀ ਫੋਟੋ ਨੂੰ ਦੇਖ ਕੇ ਰੋਂਦੀ ਰਹੀ। ਮੈਂ ਆਪਣੀ ਕਿਸਮਤ 'ਤੇ ਰੋਂਦੀ ਸੀ। ਅਗਲੇ ਦਿਨ ਮੈਂ ਫਿਰ ਕੰਮ 'ਤੇ ਚਲੀ ਗਈ ਅਤੇ ਜਦੋਂ ਮੈਂ ਕੰਮ ਤੋਂ ਵਾਪਸ ਆਈ ਤਾਂ ਉਹੀ ਬੰਦਾ ਸਾਡੇ ਘਰ ਵਿੱਚ ਮਜ਼ਦੂਰ ਵੇਖ ਕੇ ਮੈਨੂੰ ਬਹੁਤ ਬੁਰਾ ਲੱਗਿਆ। ਜਦੋਂ ਹਜੇ ਮੈਂ ਕੁਝ ਬੋਲਣ ਹੀ ਲੱਗੀ ਸੀ ਤਾਂ ਮੈਨੂੰ ਨਾਨੀ ਨੇ ਕਿਹਾ ਕਿ ਤੂੰ ਜਾ ਕੇ ਤਿਆਰੀ ਕਰ, ਕੱਲ੍ਹ ਨੂੰ ਤੇਰਾ ਵਿਆਹ ਹੈ। ਤਾਂ ਮੈਂ ਨਾਨੀ ਨੂੰ ਕਿਹਾ ਕਿ ਅਜੇ ਤਾਂ ਮੈਂ 18 ਸਾਲ ਦੀ ਵੀ ਨਹੀਂ ਹੋਈ, ਮੈਂ ਹਜੇ ਵਿਆਹ ਨਹੀਂ ਕਰਾਉਣਾ, ਮੈਂ ਅੱਗੇ ਹੋਰ ਪੜ੍ਹਨਾ ਚਾਹੁੰਦੀ ਹਾਂ। ਤਾਂ ਨਾਨੀ ਨੇ ਕਿਹਾ ਕਿ ਇਹ ਜੋ ਸਾਹਿਬ ਬੈਠੇ ਹਨ, ਇਹਨਾਂ ਨੇ ਤੈਨੂੰ ਪਸੰਦ ਕਰ ਲਿਆ ਹੈ ਅਤੇ ਇਹ ਤੇਰੇ ਨਾਲ ਵਿਆਹ ਕਰਵਾਉਣ ਲਈ ਰਾਜੀ ਨੇ। ਬਸ ਮੈਂ ਤੈਨੂੰ ਕਹਿਤਾ ਕਿ ਚੁੱਪਚਾਪ ਜਾ ਕੇ ਵਿਆਹ ਦੀ ਤਿਆਰੀ ਕਰ, ਕੱਲ੍ਹ ਨੂੰ ਤੇਰਾ ਵਿਆਹ ਹੈ। ਨਾਨੀ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਤਾਂ ਆਇਆ, ਪਰ ਮੈਂ ਕਰ ਵੀ ਕੀ ਸਕਦੀ ਸੀ। ਉਸ ਰਾਤ ਨਾਨੀ ਨੇ ਮੈਨੂੰ ਕਮਰੇ ਵਿੱਚ ਬੰਦ ਕਰਕੇ ਰੱਖਿਆ ਕਿ ਕਿਤੇ ਮੈਂ ਭੱਜ ਨਾ ਜਾਵਾਂ ਅਤੇ ਅਗਲੇ ਦਿਨ ਹੀ ਉਸ ਆਦਮੀ ਨਾਲ ਮੇਰਾ ਵਿਆਹ ਕਰ ਦਿੱਤਾ। ਹੌਲੀ ਹੌਲੀ ਮੈਂ ਉਸ ਆਦਮੀ ਨਾਲ ਰਹਿਣ ਲਈ ਦਿਲ ਅਤੇ ਦਿਮਾਗ ਨੂੰ ਰਾਜ਼ੀ ਕਰ ਲਿਆ। ਕੁਝ ਸਮਾਂ ਤੱਕ ਤਾਂ ਠੀਕ ਰਿਹਾ। ਮੈਂ ਉਸ ਵੱਡੀ ਉਮਰ ਦੇ ਆਦਮੀ ਨੂੰ ਆਪਣਾ ਪਤੀ ਸਵੀਕਾਰ ਕਰ ਲਿਆ, ਪਰ ਹੌਲੀ ਹੌਲੀ ਉਸ ਆਦਮੀ ਦੀ ਸੱਚਾਈ ਮੇਰੇ ਅੱਗੇ ਆਉਣ ਲੱਗੀ, ਕਿਉਂਕਿ ਉਸ ਆਦਮੀ ਦੇ ਲੱਛਣ ਠੀਕ ਨਹੀਂ ਸਨ। ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਘਰ ਲੈ ਕੇ ਆਉਂਦਾ
ਅਤੇ ਰੱਜ ਕੇ ਸ਼ਰਾਬ ਪੀਂਦਾ ਅਤੇ ਮੈਨੂੰ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਲਈ ਕਹਿੰਦਾ। ਜੇ ਮੈਂ ਉਹਨਾਂ ਦੇ ਦੋਸਤਾਂ ਨੂੰ ਨਾ ਬੁਲਾਉਂਦੀ ਤਾਂ ਉਹ ਮੇਰੀ ਕੁੱਟਮਾਰ ਕਰਦਾ। ਉਹਨਾਂ ਨੂੰ ਸ਼ਰਾਬ ਪਾ ਕੇ ਦੇਣੀ, ਖਾਣਾ ਖਵਾਉਣਾ ਇਹ ਮੇਰਾ ਨਿੱਤ ਦਾ ਕੰਮ ਹੋ ਗਿਆ ਸੀ। ਪਰ ਮੈਨੂੰ ਇਸ ਗੱਲ 'ਤੇ ਬਹੁਤ ਖਿਝ ਆਉਂਦੀ ਸੀ। ਮੈਂ ਦੱਸਦੀ ਤਾਂ ਆਖਰ ਕਿਸ ਨੂੰ ਦੱਸਦੀ। ਮੈਨੂੰ ਇਹ ਕਿ ਸਭ ਕੁਝ ਸਹਿਣਾ ਪਿਆ। ਹੌਲੀ ਹੌਲੀ ਜਦੋਂ ਮੇਰੇ ਪਤੀ ਨੇ ਮੈਨੂੰ ਕਹਿਣਾ ਸ਼ੁਰੂ ਕੀਤਾ ਕਿ ਮੈਂ ਉਸਦੇ ਦੋਸਤਾਂ ਨੂੰ ਖੁਸ਼ ਰੱਖਾਂ ਅਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂ ਅਤੇ ਉਹਨਾਂ ਦਾ ਮਨੋਰੰਜਨ ਕਰਾਂ, ਤਾਂ ਮੈਨੂੰ ਆਪਣੇ ਪਤੀ ਦੀ ਅਸਲੀਅਤ ਦਾ ਪਤਾ ਲੱਗਿਆ। ਉਹ ਮੈਨੂੰ ਉਹਨਾਂ ਜ਼ਾਲਮਾਂ ਦੇ ਹੱਥਾਂ 'ਚ ਵੇਚਣਾ ਚਾਹੁੰਦਾ ਸੀ ਜੋ ਕਿ ਮੈਨੂੰ ਮਨਜ਼ੂਰ ਨਹੀਂ ਸੀ। ਪਰ ਹੌਲੀ ਹੌਲੀ ਮੇਰੇ ਪਤੀ ਦੇ ਜ਼ੁਲਮ ਵੱਧਦੇ ਗਏ। ਇੱਕ ਦਿਨ ਮੇਰੇ ਪਤੀ ਸਵੇਰੇ ਘਰੋਂ ਗਏ ਅਤੇ ਕਹਿਣ ਲੱਗੇ ਕਿ ਮੈਂ ਬਾਹਰ ਜਾ ਰਿਹਾ ਹਾਂ, ਜੇ ਕੋਈ ਘਰ ਆਵੇ ਤਾਂ ਦਰਵਾਜ਼ਾ ਖੋਲ੍ਹ ਦੇਵੀਂ। ਉਹਨਾਂ ਦੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਉਹਨਾਂ ਦਾ ਇੱਕ ਦੋਸਤ ਦਰਵਾਜ਼ੇ 'ਤੇ ਆਇਆ ਤੇ ਮੈਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ। ਪਰ ਮੈਂ ਉਸ ਨੂੰ ਕਿਹਾ ਕਿ ਮੇਰੇ ਪਤੀ ਘਰ ਨਹੀਂ ਹਨ, ਇਸ ਲਈ ਉਹ ਉਦੋਂ ਹੀ ਆਉਣ ਜਦੋਂ ਮੇਰੇ ਪਤੀ ਘਰ ਹੋਣ। ਉਹ ਦਰਵਾਜ਼ਾ ਖੜਖੜਾ ਕੇ ਆਖਰ ਵਾਪਸ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਮੇਰਾ ਪਤੀ ਫਿਰ ਆਇਆ ਅਤੇ ਕਹਿਣ ਲੱਗਾ ਕਿ ਤੂੰ ਮੇਰੇ ਦੋਸਤਾਂ ਨੂੰ ਦਰਵਾਜ਼ਾ ਕਿਉਂ ਨਹੀਂ ਖੋਲ੍ਹਿਆ? ਤਾਂ ਮੈਂ ਉਹਨਾਂ ਨੂੰ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਕਿ ਤੁਹਾਡੀ ਗੈਰ ਮੌਜੂਦਗੀ ਵਿੱਚ ਤੁਹਾਡੇ ਦੋਸਤਾਂ ਦਾ ਕੀ ਕੰਮ। ਪਰ ਮੈਂ ਆਪਣੇ ਪਤੀ ਦੀ ਨੀਅਤ ਨੂੰ ਸਮਝ ਗਈ ਤੇ ਮੈਂ ਉਸ ਗੱਲ ਦਾ ਜ਼ੋਰਦਾਰ ਵਿਰੋਧ ਕੀਤਾ। ਇਸ ਗੱਲ ਦੇ ਗੁੱਸੇ ਵਿੱਚ ਆ ਕੇ ਮੇਰੇ ਪਤੀ ਨੇ ਮੇਰੇ 'ਤੇ ਹੱਥ ਚੁੱਕਿਆ। ਅੱਗੋਂ ਮੈਂ ਵੀ ਉਹਨਾਂ ਦੇ ਸਿਰ ਵਿੱਚ ਜ਼ੋਰ ਦੀ ਡੰਡਾ ਮਾਰਿਆ, ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਉਹ ਡੰਡਾ ਇੰਨੀ ਜ਼ੋਰ ਦੀ ਵੱਜਿਆ ਕਿ ਉਹਨਾਂ ਦੀ ਉੱਥੇ ਹੀ ਮੌਤ ਹੋ ਗਈ ਤੇ ਮੈਂ ਇਸ ਗੱਲ ਨੂੰ ਕਬੂਲ ਕਰਦੀ ਹਾਂ ਕਿ ਮੈਂ ਹੀ ਆਪਣੇ ਪਤੀ ਦਾ ਕਤਲ ਕੀਤਾ ਹੈ। ਉਸ ਦੀਆਂ ਇਹ ਗੱਲਾਂ ਸੁਣ ਕੇ ਪ੍ਰੀਤ ਦੇ ਪਾਪਾ ਆਪਣੇ ਆਪ ਨੂੰ ਵੀ ਦੋਸ਼ੀ ਮਹਿਸੂਸ ਕਰ ਰਹੇ ਸੀ। ਉਹਨਾਂ ਨੇ ਆਪਣੀ ਧੀ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਕੋਈ ਗੱਲ ਨਹੀਂ ਧੀਏ, ਤੂੰ ਆਪਣੀ ਇੱਜ਼ਤ ਬਚਾਉਣ ਲਈ ਗਲਤੀ ਕੀਤੀ ਹੈ, ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਤੈਨੂੰ ਇਸ ਗਲਤੀ ਦੀ ਘੱਟ ਤੋਂ ਘੱਟ ਸਜ਼ਾ ਮਿਲੇ। ਪ੍ਰੀਤ ਦੇ ਪਾਪਾ ਘਰ ਆਏ ਅਤੇ ਉਹਨਾਂ ਨੇ ਪ੍ਰੀਤ ਨੂੰ ਸਾਰੀ ਗੱਲ ਦੱਸੀ। ਤਾਂ ਪ੍ਰੀਤ ਨੇ ਕਿਹਾ ਕਿ ਪਾਪਾ ਜੋ ਵੀ ਹੈ ਉਹ ਮੇਰੀ ਭੈਣ ਹੈ, ਭਾਵੇਂ ਮਤਰੇਈ ਹੀ ਹੋਵੇ, ਪਰ ਤੁਹਾਡੀ ਤਾਂ ਉਹ ਬੇਟੀ ਹੈ, ਇਸ ਲਈ ਆਪਾਂ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਪ੍ਰੀਤ ਨੇ ਆਪਣੀ ਮਾਂ ਨਾਲ ਸਾਰੀ ਗੱਲ ਸਾਂਝੀ ਕਰ ਲਈ। ਇੱਕ ਵਾਰ ਤਾਂ ਪ੍ਰੀਤ ਦੀ ਮਾਂ ਨੂੰ ਬਹੁਤ ਗੁੱਸਾ ਆਇਆ, ਪਰ ਉਸਨੇ ਸਥਿਤੀ ਨੂੰ ਸਮਝਦੇ ਹੋਏ ਇਸ ਗੱਲ ਨੂੰ ਸਵੀਕਾਰ ਕਰ ਲਿਆ। ਪ੍ਰੀਤ ਦੇ ਪਾਪਾ ਨੇ ਬਹੁਤ ਚੰਗਾ ਵਕੀਲ ਕੀਤਾ ਅਤੇ ਆਪਣੀ ਧੀ ਦਾ ਕੇਸ ਲੜਿਆ। ਜੱਜ ਨੇ ਰਹਿਮ ਦਿਖਾਉਂਦੇ ਹੋਏ ਉਸ ਦੀ ਬੇਟੀ ਨੂੰ 2 ਸਾਲ ਦੀ ਸਜ਼ਾ ਸੁਣਾਈ। 2 ਸਾਲ ਬਾਅਦ 'ਚ ਉਹ ਜੇਲ੍ਹ 'ਚੋਂ ਰਿਹਾ ਹੋ ਕੇ ਆਈ। ਪ੍ਰੀਤ ਦੇ ਪਾਪਾ ਉਸ ਨੂੰ ਘਰ ਲੈ ਆਏ। ਹੁਣ ਉਹ ਸਾਰੇ ਖੁਸ਼ੀ-ਖੁਸ਼ੀ ਇੱਕ ਘਰ ਵਿੱਚ ਰਹਿਣ ਲੱਗੇ। ਪ੍ਰੀਤ ਨੇ ਆਪਣੀ ਭੈਣ ਨੂੰ ਅੱਗੇ ਪੜ੍ਹਨ ਲਈ ਜ਼ੋਰ ਪਾਇਆ, ਪਰ ਉਸਨੇ ਕਿਹਾ ਕਿ ਉਹ ਹੁਣ ਪੜ੍ਹਨਾ ਨਹੀਂ ਚਾਹੁੰਦੀ ਤੇ ਆਪ ਪ੍ਰੀਤ ਨੇ ਉਸ ਨੂੰ ਇੱਕ ਬੁਟੀਕ ਵਿੱਚ ਕੰਮ ਕਰਨ ਲਈ ਲਗਵਾ ਦਿੱਤਾ। ਹੌਲੀ-ਹੌਲੀ ਉਸਨੇ ਆਪਣਾ ਬਹੁਤ ਸੋਹਣਾ ਬੁਟੀਕ ਚਲਾ ਲਿਆ। ਇੱਕ ਦਿਨ ਪ੍ਰੀਤ ਦੇ ਪਾਪਾ ਦੇ ਦੋਸਤ ਅਤੇ ਉਹਨਾਂ ਦਾ ਬੇਟਾ ਉਹਨਾਂ ਦੇ ਘਰ ਮਿਲਣ ਲਈ ਆਏ, ਤਾਂ ਉਹਨਾਂ ਦੇ ਦੋਸਤ ਦੇ ਬੇਟੇ ਨੂੰ ਪ੍ਰੀਤ ਦੀ ਭੈਣ ਬਹੁਤ ਪਸੰਦ ਆਈ, ਜਿਸ ਕਰਕੇ ਉਹਨਾਂ ਨੇ ਪ੍ਰੀਤ ਦੇ ਪਾਪਾ ਤੋਂ ਰਿਸ਼ਤਾ ਮੰਗਿਆ। ਪ੍ਰੀਤ ਦੇ ਪਾਪਾ ਨੇ ਆਪਣੀ ਬੇਟੀ ਦੀ ਸਹਿਮਤੀ ਨਾਲ ਉਸ ਦਾ ਰਿਸ਼ਤਾ ਆਪਣੇ ਦੋਸਤ ਦੇ ਬੇਟੇ ਨੂੰ ਕਰ ਦਿੱਤਾ। ਪਹਿਲਾਂ ਤਾਂ ਉਹ ਡਰਦੀ ਸੀ ਕਿ ਪਤਾ ਨਹੀਂ ਉਹ ਸਹੁਰੇ ਘਰ ਜਾ ਕੇ ਕਿਵੇਂ ਐਡਜਸਟ ਕਰੇਗੀ, ਪਰ ਵਿਆਹ ਤੋਂ ਬਾਅਦ ਜਦੋਂ ਉਹ ਆਪਣੇ ਸਹੁਰੇ ਘਰ ਗਈ ਤਾਂ ਉਹਨਾਂ ਪਰਿਵਾਰਿਕ ਮੈਂਬਰਾਂ ਦੇ ਵਿੱਚ ਰਚ ਮਿਚ ਗਈ ਅਤੇ ਖੁਸ਼ੀ-ਖੁਸ਼ੀ ਆਪਣੇ ਸਹੁਰੇ ਘਰ ਰਹਿਣ ਲੱਗੀ। ਹੁਣ ਉਸ ਦਾ ਬੁਟੀਕ ਵੀ ਬਹੁਤ ਵਧੀਆ ਚੱਲਦਾ ਹੈ ਅਤੇ ਉਹ ਵਧੀਆ ਕਮਾਈ ਕਰਦੀ ਹੈ। ਕਹਾਣੀ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।